जी आनू प्यारे विद्यार्थियों 12th क्लास दी इंग्लिश दी बुक रेनबो ऑफ इंग्लिश सेक्शन ए लेसन नंबर 1 हसन्स अटेंडेंस प्रॉब्लम क्वेश्चन आंसर्स पार्ट 2 अर्थात लॉन्ग आंसर क्वेश्चंस इस वीडियो ਵਿੱਚ ਅਸੀਂ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ ਅਤੇ ਆਨਸਰਸ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ, ਪਰ ਮਗਰੋਂ ਦੀ ਇਹਨਾਂ ਨੂੰ ਯਾਦ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ। ਕੁਝ ਨਵੇਂ ਸ਼ਬਦ ਤੁਹਾਨੂੰ ਵਿੱਚ ਪੜ੍ਹਨ ਨੂੰ ਸੁਣਨ ਨੂੰ ਮਿਲਣਗੇ, ਉਹਨਾਂ ਦੇ ਅਰਥ ਮੈਂ ਦੱਸਾਂਗਾ ਤੇ ਨਾਲ ਨਾਲ ਤੁਸੀਂ ਉਹਨਾਂ ਦੇ ਅਰਥ ਵੀ ਨੋਟ ਕਰ ਲੈਣੇ ਨੇ। ਸੋ ਸ਼ੁਰੂ ਕਰੀਏ। ਸੋ ਪਹਿਲਾ ਹੈਗਾ ਡਰਾ ਅ ਬਰੀਫ ਕਰੈਕਟਰ ਸਕੈਚ ਆਫ ਹਸਨ। ਹਸਨ ਜੋ ਇੱਕ ਪਾਤਰ ਹੈਗਾ ਇਸ ਲੈਸਨ ਦਾ, ਉਹਦੀ ਜਿਹੜੀ ਉਹਦਾ ਜੋ ਕਰੈਕਟਰ ਹੈ ਉਹਦਾ ਇੱਕ ਸਕੈਚ ਜਿਹੜਾ ਹੈ ਸੰਖੇਪ ਦੇ ਵਿੱਚ ਖਿੱਚੋ। ਸੋ ਹਸਨ ਇਜ਼ ਅ ਟਾਲ, ਲੰਬਾ, ਹੈਂਡਸਮ, ਸੋਹਣਾ ਸੁਨੱਖਾ ਐਂਡ ਬ੍ਰਾਈਟ, ਰੋਸ਼ਨ ਦਿਮਾਗ, ਸਟੂਡੈਂਟ ਆਫ ਕੰਪਿਊਟਰ ਸਾਇੰਸ ਦਾ ਵਿਦਿਆਰਥੀ ਹੈਗਾ। ਦੀ ਓਨਲੀ ਸਨ ਆਫ ਹਿਸ ਐਫਲੂਐਂਟ ਪੇਰੈਂਟਸ। ਐਫਲੂਐਂਟ ਹੁੰਦੇ ਨੇ ਰੱਜੇ ਪੁੱਜੇ, ਵੱਡੇ ਘਰ ਦਾ, ਬਲਕਿ ਰੱਜੇ ਪੁੱਜੇ ਮਾਪਿਆਂ ਦਾ ਕੱਲਾ ਕੱਲਾ ਪੁੱਤਰ ਹੈ। ਹੀ ਹੈਜ਼ ਅ ਸ਼ਾਰਪ ਮੈਮਰੀ, ਤੇ ਉਹਦੀ ਯਾਦਦਾਸ਼ਤ ਵੀ ਬੜੀ ਤਿੱਖੀ ਹੈ। ਪਰ ਪਰਪੈਚੁਅਲੀ ਮੈਨੇ ਕੌਨਸਟੈਂਟਲੀ, ਬਿਨਾਂ ਰੁਕੇ, ਲਗਾਤਾਰ। ਲੇਟ, ਪਰਪੈਚੁਅਲੀ ਲੇਟ ਵੀ ਹਮੇਸ਼ਾ ਲੇਟ ਹੁੰਦਾ ਹੈ। ਇਰੈਗੂਲਰ, ਨਿਰੰਤਰਤਾ ਦੇ ਨਾਲ ਨਹੀਂ ਆਉਂਦਾ, ਨੇਮ ਦੇ ਨਾਲ ਨਹੀਂ ਆਉਂਦਾ, ਕਦੀ ਆ ਗਿਆ ਕਦੀ ਨਾ ਆਇਆ। ਇਨ ਅਟੈਂਡਿੰਗ ਦੀ ਕਲਾਸਿਸ, ਅਰਥਾਤ ਪਰ ਕਲਾਸਾਂ ਦੇ ਵਿੱਚ ਉਹ ਨੇਮ ਦੇ ਨਾਲ ਨਹੀਂ ਆਉਂਦਾ। ਅਟੈਂਡੈਂਸ ਸ਼ਾਰਟੇਜ ਇਜ਼ ਹਿਜ਼ ਰੂਟੀਨ ਪ੍ਰੋਬਲਮ, ਮਤਲਬ ਕਿ ਫਿਰ ਅਟੈਂਡੈਂਸ ਦਾ ਘਟ ਜਾਣਾ ਉਹਦੀ ਹੈ ਆਮ ਸਮੱਸਿਆ ਹੈ। ਬਟ ਹੀ ਸਕਸੀਡਸ ਇਨ ਗੈਟਿੰਗ ਇਟ, ਪਰ ਉਹ ਅਟੈਂਡੈਂਸ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ। ਬਾਈ ਸੀਕਿੰਗ ਪਾਰਡਨ, ਪਾਰਡਨ ਹੈ ਮਾਫੀ, ਸੀਕਿੰਗ ਉਹਨੇ ਪ੍ਰਾਪਤ ਕਰਨ ਵਿੱਚ, ਮਤਲਬ ਮਾਫੀ ਲੈ ਕੇ ਉਹ ਜਿਹੜੀ ਅਟੈਂਡੈਂਸ ਹੈ ਪ੍ਰਾਪਤ ਕਰ ਲੈਂਦਾ ਹੈ। ਐਂਡ ਮੇਕਿੰਗ ਫਾਲਸ ਪ੍ਰੋਮਿਸਿਸ, ਅਤੇ ਝੂਠੇ ਵਾਅਦੇ ਕਰਕੇ ਮੈਡਮ ਨੂੰ ਕਹਿੰਦਾ ਵੀ ਮੈਨੂੰ ਮਾਫ ਕਰ ਦਿਓ, ਅਗਲੇ ਸਮੈਸਟਰ ਤੋਂ ਮੈਂ ਨੇਮ ਦੇ ਨਾਲ ਕਲਾਸਾਂ ਵਿੱਚ ਆਵਾਂਗਾ। ਝੂਠ ਬੋਲਦਾ, ਝੂਠੇ ਵਾਅਦੇ ਕਰਦਾ, ਮੁੜ ਕੇ ਉਹੀ ਕਹਾਣੀ ਦੁਹਰਾਈ ਜਾਂਦੀ ਹੈ। ਹੀ ਸ਼ੋਜ਼ ਅਪ ਓਨਲੀ ਡਿਊਰਿੰਗ ਐਗਜ਼ਾਮਸ, ਉਹਦੇ ਦਰਸ਼ਨ ਸਿਰਫ ਪੇਪਰਾਂ ਵਾਲੇ ਦਿਨ ਹੁੰਦੇ ਨੇ। ਸਟੱਡੀਜ਼ ਸਿਲੈਕਟਿਡ ਕੁਐਸਚਨਸ, ਤੇ ਸਿਰਫ ਚੋਣਵੇਂ ਸਵਾਲ ਪੜ੍ਹਦਾ ਹੈ, ਕਰਦਾ ਹੈ। ਉਹਨੂੰ ਪਤਾ ਵੀ ਇਹ ਵਾਲੇ ਸਵਾਲ ਇੰਪੋਰਟੈਂਟ ਨੇ, ਇਹ ਵਾਲੇ ਸਵਾਲਾਂ ਦੀ ਪੇਪਰਾਂ ਵਿੱਚ ਆਉਣ ਦੀ ਸੰਭਾਵਨਾ ਹੈ, ਉਨੇ ਹੀ ਕਰਦਾ ਹੈ। ਪੂਰਾ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਸੋ ਚੋਣਵੇਂ ਸਵਾਲ ਕਰਦਾ ਹੈ ਜਸਟ ਬਿਫੋਰ ਦੀ ਐਗਜ਼ਾਮੀਨੇਸ਼ਨਸ, ਐਨ ਪੇਪਰਾਂ ਤੋਂ ਪਹਿਲਾਂ। ਐਂਡ ਇਨਵੇਰੀਏਬਲੀ ਦਾ ਮਤਲਬ ਹੁੰਦਾ ਹੈ ਆਲਵੇਜ਼, ਹਮੇਸ਼ਾ। ਗੈਟਸ ਫਸਟ ਕਲਾਸ, ਤੇ ਇਸ ਤਰ੍ਹਾਂ ਉਹਦੇ ਨੰਬਰ ਵਧੀਆ ਆ ਜਾਂਦੇ ਨੇ, ਫਸਟ ਡਿਵੀਜ਼ਨ ਆ ਜਾਂਦੀ ਹੈ। ਬੜੇ ਨਿਆਣੇ ਇੱਦਾਂ ਕਰਦੇ ਨੇ। ਹੀ ਜੀਅਰਸ ਐਟ ਹਾਰਡ ਵਰਕਿੰਗ ਐਂਡ ਰੈਗੂਲਰ ਅਟੈਂਡੀਜ਼, ਅਟੈਂਡੀਜ਼ ਮੈਨੇ ਹੁੰਦਾ ਜੋ ਅਟੈਂਡ ਕਰਦੇ ਨੇ, ਦੂਜੇ ਵਿਦਿਆਰਥੀ ਜੋ ਨੇਮ ਨਾਲ ਆਉਂਦੇ ਨੇ ਤੇ ਜੋ ਮਿਹਨਤ ਕਰਦੇ ਨੇ, ਜੋ ਦਾਨ ਨਾਲ ਪੜ੍ਹਾਈ ਕਰਦੇ ਨੇ, ਮਤਲਬ ਇੰਪੋਰਟੈਂਟ ਕੁਐਸਚਨਾਂ ਦੇ ਮਗਰ ਨਹੀਂ ਪੈਂਦੇ, ਜੋ ਰੀਝ ਦੇ ਨਾਲ ਮਿਹਨਤ ਕਰਦੇ ਨੇ, ਨੇਮ ਨਾਲ ਆਉਂਦੇ ਨੇ। ਉਹ ਜੀਅਰ ਹੁੰਦਾ ਉਹਨਾਂ ਦਾ ਟੀਚਰਾਂ ਕਰਨੀ, ਮਜ਼ਾਕ ਉਡਾਉਣਾ। ਇਹ ਉਹ ਵਿਦਿਆਰਥੀਆਂ ਦਾ ਮਜ਼ਾਕ ਉਡਾਉਂਦਾ ਹੈ। ਐਂਡ ਕਾਲਸ them ਨਰਡਸ, ਨਰਡ ਹੁੰਦਾ ਜਿਹੜਾ ਬੰਦਾ ਆਪਣੇ ਕਿ ਕੋਈ ਹੱਸਣ ਖੇਡਣ ਵਾਲੇ ਪਾਸੇ ਨਹੀਂ ਜਾਂਦਾ, ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰੀ ਜਾਂਦਾ, ਤੇ ਉਹਨੂੰ ਜਿਹੜੇ ਦੂਜੇ ਬੰਦੇ ਨੇ ਅਵਾਰਾਗਰਦੀ ਕਰਨ ਵਾਲੇ, ਉਹ ਕਦੀ ਉਹਨੂੰ ਕਿਤਾਬੀ ਕੀੜਾ ਕਹਿ ਦਿੰਦੇ ਨੇ, ਕਦੀ ਕੁਝ ਕਹਿ ਦਿੰਦੇ ਨੇ। ਸੋ ਨਰਡ ਉਹਨੂੰ ਕਹਿੰਦੇ ਨੇ ਵੀ ਜਿਹੜਾ ਬੰਦਾ ਆਪਣੇ ਕਿਸੇ ਕੰਮ ਵਿੱਚ ਰੁੱਝਿਆ ਰਹਿੰਦਾ ਹੈ ਤੇ ਮौज ਮਸਤੀ ਵਾਲੇ ਪਾਸੇ ਬਹੁਤਾ ਧਿਆਨ ਨਹੀਂ ਦਿੰਦਾ। ਸੋ ਉਹਨੂੰ ਨਰਡਸ, ਮਤਲਬ ਕਿ ਇਹ ਇੱਕ ਕਿਸਮ ਦੀ ਗਾਲ ਕਹਿ ਲਓ ਵੀ ਜਿਹਦਾ ਛੇੜ ਹੈਗੀ ਹੈ, ਇਹ ਵਧੀਆ ਸ਼ਬਦ ਨਹੀਂ ਹੈਗਾ, ਤੇ ਉਹਨੂੰ ਇਹਦਾ ਟੀਚਰਾਂ ਕਰਦਾ ਦੂਜਿਆਂ ਨੂੰ। ਫਿਰ ਕਹਿੰਦੇ ਦੀਜ਼ ਹੈਬਿਟਸ ਲੇਟਰ ਬਿਕਮ ਹਰਡਲਸ, ਹਰਡਲ ਮੈਨੇ ਹੁੰਦਾ ਔਂਕੜਾਂ। ਐਂਡ ਟਰਬਲ ਮੇਕਰਸ, ਅਰਥਾਤ ਪੰਗੇ ਪੈਦਾ ਕਰਨ ਵਾਲੀਆਂ। ਇਨ ਹਿਜ਼ ਪ੍ਰੋਫੈਸ਼ਨਲ ਲਾਈਫ, ਉਹਦੇ ਕੰਮ ਕਰਦੇ ਜਿਹੜੇ ਫਿਰ ਕਾਲਜ ਹਟ ਜਾਂਦਾ ਹੈ, ਮਤਲਬ ਕਾਲਜ 'ਚ ਉਹ ਜਾ ਕੇ ਨੌਕਰੀ ਕਰਨ ਲੱਗਦਾ ਹੈ, ਕੰਮ ਕਰਨ ਲੱਗਦਾ ਹੈ, ਤੇ ਸਾਰੀਆਂ ਜਿਹੜੀਆਂ ਆਦਤਾਂ ਨੇ ਉਹ ਨਾਲ ਜੁੜੀਆਂ ਰਹਿੰਦੀਆਂ। ਬੱਚੇ ਆਦਤਾਂ ਇੰਨੀ ਛੇਤੀ ਜਾਂਦੀਆਂ ਨਹੀਂ ਹੈਗੀਆਂ, ਜਿਹੜੀ ਪੱਕ ਜਾਂਦੀਆਂ ਨੇ ਉਹ ਫਿਰ ਮਗਰੋਂ ਵੀ ਚੱਲਦੀਆਂ ਰਹਿੰਦੀਆਂ ਨੇ। ਇਹ ਜਿਹੜੀਆਂ ਆਦਤਾਂ ਸੀ ਵੀ ਲੇਟ ਆਉਣਾ, ਇਰੈਗੂਲਰ ਹੋਣਾ, ਹੈ ਨਾ, ਤੇ ਆਪਣਾ ਨੇਮ ਦੇ ਨਾਲ ਕਲਾਸਾਂ ਅਟੈਂਡ ਨਹੀਂ ਕਰਨੀਆਂ, ਝੂਠ ਬੋਲਣਾ, ਝੂਠੇ ਵਾਅਦੇ ਕਰਨੇ, ਮਾਫੀ ਮੰਗ ਲੈਣੀ। ਸੋ ਕੀ ਹੁੰਦਾ ਕਿ ਇਹ ਦੀਜ਼ ਹੈਬਿਟਸ ਲੇਟਰ ਬਿਕਮ ਹਰਡਲਸ ਐਂਡ ਟਰਬਲ ਮੇਕਰਸ ਇਨ ਹਿਜ਼ ਪ੍ਰੋਫੈਸ਼ਨਲ ਲਾਈਫ। ਇਹੀ ਜਿਹੜੀਆਂ ਆਦਤਾਂ ਨੇ ਉਹਦੇ ਲਈ ਔਂਕੜਾਂ ਅਤੇ ਮੁਸੀਬਤ ਦਾ ਕਾਰਨ ਬਣਦੀਆਂ ਨੇ ਉਹਦੀ ਪ੍ਰੋਫੈਸ਼ਨਲ ਲਾਈਫ ਵਿੱਚ। ਹੀ ਇਜ਼ ਲੇਜ਼ੀ, ਉਹ ਸੁਸਤ ਹੈਗਾ, ਲੇਟ ਆਉਂਦਾ, ਇਨਸਿੰਸੀਅਰ, ਕੰਮ ਵਿੱਚ ਸਮਰਪਿਤ ਨਹੀਂ ਹੈਗਾ, ਐਂਡ ਕੁਆਰਲਸ, ਤੇ ਲੜਾਈ ਝਗੜੇ ਕਰਦਾ ਫਿਰ, ਐਂਡ ਕੀਪ ਸ਼ਿਫਟਿੰਗ ਜੌਬਸ, ਤੇ ਨੌਕਰੀਆਂ ਬਦਲਦਾ ਰਹਿੰਦਾ ਹੈ। ਆਲ ਦਾ ਵਾਈਲ ਦਾ ਮਤਲਬ ਹੁੰਦਾ ਇਹ ਸਾਰੇ ਇਸ ਦੌਰਾਨ, ਇਹ ਜਦੋਂ ਇਹ ਹੋ ਰਿਹਾ ਹੈ। ਹਿਸ ਕਲਾਸਮੇਟਸ, ਉਹ ਜਿਹੜੇ ਕਲਾਸਮੇਟ ਸੀ
ਜਿਹੜੇ ਰੈਗੂਲਰ ਕਲਾਸਾਂ ਵਿੱਚ ਆਉਂਦੇ ਸੀ, ਮਿਹਨਤ ਕਰਦੇ ਸੀ, ਜਿਨ੍ਹਾਂ ਨੂੰ ਉਹ ਨਰਡ ਕਹਿੰਦਾ ਸੀ, ਦੇ ਹੈਵ ਬਿਕਮ ਸਕਸੈਸਫੁਲ, ਉਹ ਸਾਰੇ ਕਾਮਯਾਬ ਹੋ ਗਏ ਨੇ ਐਂਡ ਹੋਲਡ ਰਿਸਪੈਕਟੇਬਲ ਪੋਜੀਸ਼ਨਸ ਇਨ ਦੀ ਇੰਡਸਟਰੀ, ਤੇ ਆਪਣੇ ਆਪਣੇ ਕਿੱਤਿਆਂ ਵਿੱਚ, ਇੰਡਸਟਰੀ ਵਿੱਚ ਉਹ ਬੜੇ ਸਤਿਕਾਰਤ ਅਹੁਦਿਆਂ ਦੇ ਉੱਤੇ ਬੈਠੇ ਹੋਏ ਹਨ। ਸੋ ਬੱਚਿਓ, ਇਹ ਬੜੀ ਵਧੀਆ ਸਿੱਖਿਆਦਾਇਕ ਕਹਾਣੀ ਹੈ। ਹਸਨ ਦੇ ਮਤਲਬ ਕਿ ਜੀਵਨ ਤੋਂ ਸਾਨੂੰ ਵੀ ਪਤਾ ਲੱਗਦਾ, ਸਾਨੂੰ ਵੀ ਆਪਣੇ ਦਾ ਝਾਤੀ ਮਾਰਨੀ ਚਾਹੀਦੀ ਹੈ ਕਿ ਇਹ ਜਿਹੜੀਆਂ ਭੈੜੀਆਂ ਆਦਤਾਂ ਜੋ ਹਸਨ ਵਿੱਚ ਸੀਗੀਆਂ, ਉਹ ਕਿਤੇ ਸਾਡੇ ਵਿੱਚ ਤਾਂ ਨਹੀਂ ਹੈਗੀਆਂ। ਅਸੀਂ ਕਿਤੇ ਕਲਾਸ ਬੰਕ ਕਰਨ ਦੀ, ਚੋਣੇ ਸਵਾਲ ਕਰਨ ਦੀ, ਲੇਟ ਆਉਣ ਦੀ, ਰਾਤਾਂ ਨੂੰ ਲੇਟ ਤੱਕ ਜਾਗਣ ਦੀ, ਇਹ ਆਦਤਾਂ ਸਾਡੇ ਵਿੱਚ ਤਾਂ ਨਹੀਂ ਹੈਗੀਆਂ। ਜੇ ਹੈਗੀਆਂ ਤੇ ਮਨ ਦੇ ਨਾਲ ਝਗੜਾ ਕਰਕੇ, ਮਨ ਨੂੰ ਕਾਬੂ ਵਿੱਚ ਕਰਕੇ ਇਹਨਾਂ ਤੋਂ ਸਾਨੂੰ ਨਿਜਾਤ ਪਾ ਲੈਣੀ ਚਾਹੀਦੀ ਹੈ। ਕੁਐਸਚਨ ਨੰਬਰ 2, ਇਹ ਬੱਚੋ ਥੋੜਾ ਆਨਸਰ ਵੱਡਾ ਹੈ। ਵਟ ਇਜ਼ ਦੀ ਥੀਮ ਆਫ ਦੀ ਚੈਪਟਰ ਹਸਨਸ ਅਟੈਂਡੈਂਸ ਪ੍ਰੋਬਲਮ? ਹਸਨਸ ਅਟੈਂਡੈਂਸ ਪ੍ਰੋਬਲਮ ਵਾਲਾ ਜਿਹੜਾ ਇਹ ਚੈਪਟਰ ਹੈਗਾ, ਅਧਿਆਇ ਹੈਗਾ, ਇਹਦੀ ਵਿਸ਼ਾ ਵਸਤੂ ਕੀ ਹੈ? ਮਤਲਬ ਕਿ ਇਹਦੇ ਰਾਹੀਂ ਜੋ ਲਿਖਾਰੀ ਹੈ ਉਹ ਸਾਨੂੰ ਕੀ ਕਹਿਣਾ ਚਾਹੁੰਦਾ ਹੈ ਜਾਂ ਕੀ ਕਹਿਣਾ ਚਾਹੁੰਦੀ ਹੈ, ਠੀਕ ਹੈ। ਸੋ ਦੀ ਥੀਮ ਆਫ ਦੀ ਚੈਪਟਰ ਹਸਨਸ ਅਟੈਂਡੈਂਸ ਪ੍ਰੋਬਲਮ ਇਜ਼ ਦੀ ਲੌਂਗ ਟਰਮ ਨੇ ਦੂਰਗਾਮੀ, ਜਿਹਦਾ ਅਸਰ ਹਾਲੇ ਨਹੀਂ ਪਤਾ ਲੱਗਦਾ, 5 ਸਾਲਾਂ ਬਾਅਦ, 10 ਸਾਲਾਂ ਬਾਅਦ ਪਤਾ ਲੱਗਦਾ ਹੈ। ਕਈ ਵਾਰ ਜਿੱਦਾਂ ਬੱਚੋ ਅਸੀਂ ਬੰਦੇ ਦੀ ਸ਼ਰਾਬ ਪੀਂਦੇ ਨੇ, ਕਹਿੰਦੇ ਮੈਨੂੰ ਤਾਂ ਕੁਛ ਹੋਇਆ ਨਹੀਂ ਸ਼ਰਾਬ, ਉਹ ਫਿਰ ਕੀ ਹੁੰਦਾ ਹੈ, ਉਹ ਕਿਡਨੀ ਖਰਾਬ, ਗੁਰਦੇ ਖਰਾਬ, ਲੀਵਰ ਖਰਾਬ, ਇਹ ਸਾਰੇ ਇੱਕੋ ਦਮ ਨਹੀਂ ਖਰਾਬ ਹੁੰਦੇ, 10 ਸਾਲਾਂ ਬਾਅਦ ਖਰਾਬ ਹੁੰਦੇ ਨੇ, 15 ਸਾਲ ਬਾਅਦ ਖਰਾਬ ਹੁੰਦੇ ਨੇ। ਹਾਰਟ ਅਟੈਕ 15 ਸਾਲ ਬਾਅਦ ਹੋਏਗਾ, ਜਾਂ ਫਿਰ ਉਹ ਬ੍ਰੇਨ ਅਟੈਕ ਜਿਹੜਾ ਹੋਏਗਾ, ਬਲੱਡ ਪ੍ਰੈਸ਼ਰ ਹੌਲੀ ਹੌਲੀ ਵਧੇਗਾ। ਸੋ ਇਸੇ ਤਰ੍ਹਾਂ ਜਦੋਂ ਬੰਦਾ ਜੰਕ ਫੂਡ ਖਾਂਦਾ ਹੈ, ਖੇਸਵਾ ਖਾਂਦਾ, ਪੌਸ਼ਟਿਕ ਖਾਣਾ ਨਹੀਂ ਖਾਂਦਾ, ਤੇ ਉਹਦਾ ਅਸਰ 10-15 ਸਾਲ ਬਾਅਦ ਨਜ਼ਰ ਆਉਂਦਾ ਹੁੰਦਾ, ਠੀਕ ਹੈ ਨਾ। ਸੋ ਬੰਦਾ ਜਿਵੇਂ ਕਿ ਮੌਜ ਮਸਤੀ ਕਰਦਾ ਹੈ ਬੜੀ, ਕਹਿੰਦਾ ਐਸ਼ ਕਰੋ, ਹੈ ਨਾ, ਕੀ ਕਰਨਾ ਪੜ੍ਹ ਕੇ, ਤੇ ਉਹਦੇ ਨਤੀਜੇ ਫਿਰ 10-15 ਸਾਲ ਬਾਅਦ ਪਤਾ ਲੱਗਦੇ ਨੇ, ਇੱਕੋ ਦਮ ਨਹੀਂ ਪਤਾ ਲੱਗਦੇ। ਸੋ ਕਹਿੰਦੇ ਲੌਂਗ ਟਰਮ ਇਫੈਕਟਸ ਆਫ ਕਿਸ ਚੀਜ਼ ਦੇ? ਇਨਡਿਸਿਪਲਿਨ, ਅਨੁਸ਼ਾਸਨਹੀਣਤਾ, ਐਂਡ ਬੈਡ ਹੈਬਿਟਸ, ਮਾੜੀਆਂ ਆਦਤਾਂ ਦੇ ਜਿਹੜੇ ਦੂਰਗਾਮੀ ਮਾੜੇ ਅਸਰ ਹੁੰਦੇ ਨੇ, ਉਹਦੇ ਬਾਰੇ ਇਹਦਾ ਥੀਮ ਹੈਗਾ। ਦੀ ਕੌਨਸੀਕੁਐਂਸਿਸ ਹੁੰਦਾ ਨਤੀਜੇ ਜਾਂ ਸਿੱਟੇ ਆਫ ਨਾਟ ਟੇਕਿੰਗ ਥਿੰਗਸ ਸੀਰੀਅਸਲੀ, ਅਰਥਾਤ ਜਿਹੜੇ ਆਪਣੇ ਕੰਮ ਨੇ, ਆਪਣੇ ਜ਼ਿੰਮੇਵਾਰੀਆਂ ਦੇ ਪ੍ਰਤੀ ਗੰਭੀਰ ਨਾ ਹੋਣਾ, ਐਂਡ ਨਾਟ ਵਰਕਿੰਗ ਫॉर ਨੌਲੇਜ ਕੈਨ ਬੀ ਕਾਸਟਲੀ, ਅਰਥਾਤ ਗਿਆਨ ਪ੍ਰਾਪਤੀ ਵਾਲੇ ਪਾਸੇ ਉਦਮ ਨਾ ਕਰਨਾ ਤੇ ਚੀਜ਼ਾਂ ਦੇ ਪ੍ਰਤੀ ਗੰਭੀਰ ਨਾ ਹੋਣਾ, ਇਹਦੇ ਨਤੀਜੇ ਬੜੇ ਮਹਿੰਗੇ ਪੈ ਸਕਦੇ ਹਨ, ਕਾਸਟਲੀ, ਵੀ ਇਹਦਾ ਹਰਜਾਨਾ ਬੜਾ ਜ਼ਿਆਦਾ ਹੋ ਸਕਦਾ ਹੈ, ਬੜਾ ਨੁਕਸਾਨ ਹੋ ਸਕਦਾ ਹੈ। ਸੋ ਇਜ਼ ਵਰਕਿੰਗ ਓਨਲੀ ਫॉर ਮਨੀ ਐਂਡ ਗੁੱਡ ਮਾਰਕਸ ਇਨ ਐਗਜ਼ਾਮੀਨੇਸ਼ਨ, ਤੇ ਨਾਲ ਹੀ ਕਹਿੰਦੇ ਸਿਰਫ ਪੈਸੇ ਨੂੰ ਧਿਆਨ 'ਚ ਰੱਖ ਕੇ ਕੰਮ ਕਰਨਾ ਅਤੇ ਸਿਰਫ ਨੰਬਰਾਂ ਨੂੰ ਧਿਆਨ 'ਚ ਰੱਖ ਕੇ ਪੇਪਰਾਂ 'ਚ ਬੈਠਣਾ, ਇਹ ਗੱਲਾਂ ਵੀ, ਇਹਦੇ ਸਿੱਟੇ ਵੀ ਬਾੜੇ ਹੀ ਨਿਕਲਦੇ ਹਨ। ਕਿਉਂਕਿ ਕਈ ਬੰਦਿਆਂ ਨੂੰ ਇਹੋ ਜਿਹੀ ਗੁਰ ਹੁੰਦਾ, ਉਹਨਾਂ ਨੂੰ ਬਲਕਿ ਤੁੱਕਾ ਲੱਗ ਜਾਂਦਾ ਵੀ ਇੰਪੋਰਟੈਂਟ ਸਵਾਲ ਕਰ ਲਏ, ਉਹੀ ਆ ਗਏ, ਪੇਪਰਾਂ ਤੋਂ 4 ਦਿਨ ਪਹਿਲੇ ਪੜ੍ਹ ਲਿਆ, ਉਹ ਤਾਜ਼ਾ ਯਾਦ ਰਹਿ ਗਿਆ, ਲਿਖ ਕੇ ਆ ਗਏ ਤੇ ਨੰਬਰ ਆ ਗਏ। ਮੈਂ ਆਪਣੇ ਰਿਸ਼ਤੇਦਾਰੀ 'ਚ ਕਈ ਬੱਚਿਆਂ ਨੂੰ ਤਾਂ ਦੇਖਿਆ ਕਰਦੇ ਨੇ, ਪਰ ਉਹਨਾਂ ਕੋਲ ਨੌਲੇਜ ਨਹੀਂ ਹੁੰਦੀ, ਪਰ ਸੁਣਨ ਨੂੰ ਪਤਾ ਲੱਗਦਾ ਕਿ ਇਹਦੇ 90% ਨੰਬਰ ਆਏ ਨੇ, 99% ਨੰਬਰ ਆਏ ਨੇ, ਪਰ ਜੇ ਕੋਈ ਸਵਾਲ ਪੁੱਛ ਲਓ ਤਾਂ ਉਹਨਾਂ ਕੋਲ ਹੁੰਦਾ ਨਹੀਂ ਹੈਗਾ, ਠੀਕ ਹੈ। ਸੋ ਇਹ ਜਿਹੜਾ ਤਰੀਕਾ ਹੈ, ਇਹ ਕਿਤੇ ਨਾ ਕਿਤੇ ਅੱਗੇ ਜਾ ਕੇ ਬੰਦਾ ਫਿਰ ਫਸ ਜਾਂਦਾ ਹੈ। ਦੀ ਆਥਰ ਹਾਈਲਾਈਟ ਹੁੰਦਾ ਉਜਾਗਰ ਕਰਨਾ ਇਸ ਗੱਲ ਨੂੰ, ਦਿਸ ਵਿਦ ਅ ਕਲਾਸਿਕ ਐਗਜ਼ਾਮਪਲ ਆਫ ਅ ਸਟੂਡੈਂਟ ਹਸਨ। ਇਹ ਜਿਹੜੀ ਉੱਪਰਲੀ ਗੱਲਾਂ ਨੇ, ਇਹ ਵੀ ਜਿਹੜੀਆਂ ਜੋ ਥੀਮ ਹੈ, ਜੋ ਸਿੱਖਿਆ ਦੇਣਾ ਚਾਹੁੰਦੀ ਹੈ ਟੀਚਰ, ਉਹਨੇ ਇਹਦਾ ਜਿਹੜਾ ਇਸ ਗੱਲ ਨੂੰ ਉਜਾਗਰ ਕੀਤਾ ਹੈ ਇੱਕ ਬੜੇ ਹੀ ਵਧੀਆ ਉਦਾਹਰਨ ਰਾਹੀਂ, ਜੋ ਆਪਣੇ ਵਿਦਿਆਰਥੀ ਦਾ, ਉਹਦਾ ਨਾਮ ਹਸਨ ਸੀ, who frequently absented himself from her class, ਜੋ ਆਮ ਤੌਰ ਤੇ ਹੀ ਉਹਦੀ ਕਲਾਸਾਂ 'ਚੋਂ ਗੈਰ ਹਾਜ਼ਰ ਰਹਿੰਦਾ ਸੀ। ਹਸਨ ਵਾਜ਼ ਲੇਜ਼ੀ, ਸੁਸਤ ਸੀ, ਇਰੈਗੂਲਰ, ਮਤਲਬ ਨੇਮ ਨਾਲ ਨਹੀਂ ਆਉਂਦਾ ਸੀ ਕਲਾਸ, ਆ ਲੇਟ ਕਮਰ, ਦੇਰ ਨਾਲ ਆਉਂਦਾ ਸੀ, ਐਂਡ ਇਨਡਿਸਿਪਲਿਨ ਇਨ ਦੀ ਕਾਲਜ, ਤੇ ਕਾਲਜ ਦੇ ਵਿੱਚ ਉਹ ਅਨੁਸ਼ਾਸਨਹੀਣ ਵੀ ਸੀ। ਦੋ ਬ੍ਰਾਈਟ ਐਂਡ ਇੰਡੋਰਡ ਵਿਦ ਅ ਸ਼ਾਰਪ ਮੈਮਰੀ, ਇੰਡੋਰਡ ਹੁੰਦਾ ਬਲੈਸਡ, ਬ੍ਰਾਈਟ ਮਤਲਬ ਕਿ ਰੋਸ਼ਨ ਦਿਮਾਗ ਸੀ, ਅਤੇ ਇੰਡੋਰਡ ਵਿਦ ਅ ਸ਼ਾਰਪ ਮੈਮਰੀ ਮਤਲਬ ਕਿ ਉਹਦੇ ਕੋਲ ਬੜੀ ਵਧੀਆ ਯਾਦਦਾਸ਼ਤ ਦਾ ਉਹਦੇ ਕੋਲ ਦਾਤ ਸੀਗੀ, ਐਂਡ ਸਕੋਰਿੰਗ ਗੁੱਡ ਮਾਰਕਸ, ਤੇ ਨੰਬਰ ਵੀ ਚੰਗੇ ਲੈਂਦਾ ਸੀ। ਹੀ ਡਿਡ ਨਾਟ ਬਾਦਰ ਟੂ ਗੇਨ ਪ੍ਰੋਪਰ ਐਂਡ ਇਨ ਡੈਪਥ ਨੌਲੇਜ, ਉਹਨੇ ਇਸ ਗੱਲ ਦੀ ਬਿਲਕੁਲ ਪਰਵਾਹ ਨਾ ਕੀਤੀ, ਫਿਕਰ ਨਾ ਕੀਤੀ ਕਿ ਮੈਨੂੰ ਜੋ ਸਹੀ ਢੰਗ ਦੀ ਔਰ ਡੂੰਘਾ ਗਿਆਨ ਜਿਹੜਾ ਹੈ ਉਹ ਪ੍ਰਾਪਤ ਕਰਨਾ ਚਾਹੀਦਾ ਹੈ। ਦੋਜ਼ ਹੈਬਿਟਸ ਸਟਕ ਵਿਦ ਹਿਮ, ਉਹ ਜਿਹੜੀਆਂ ਆਦਤਾਂ ਸੀਗੀਆਂ ਉਹਦੇ ਨਾਲ ਚਿੰਬੜੀਆਂ ਰਹੀਆਂ, ਇਨ ਹਿਜ਼ ਪ੍ਰੋਫੈਸ਼ਨਲ ਲਾਈਫ, ਉਹਦੇ ਕਿੱਤੇ ਵਾਲੀ ਜ਼ਿੰਦਗੀ 'ਚ, ਉਹਦੇ ਨੌਕਰੀ ਵਾਲੀ ਜ਼ਿੰਦਗੀ 'ਚ, ਐਂਡ ਕਾਜ਼ਡ ਹਿਮ ਟਰਬਲਸ, ਤੇ ਉਹਦੇ ਵਾਸਤੇ ਮੁਸੀਬਤਾਂ ਦਾ ਕਾਰਨ ਬਣੀਆਂ ਉਹ ਆਦਤਾਂ। ਤੇ ਅੱਗੇ ਹੋਰ ਹੈ ਥੋੜ੍ਹਾ, ਹੀ ਬਿਟਰਲੀ ਰਿਅਲਾਈਜ਼ਡ, ਉਹਨੇ ਫਿਰ ਇਹ ਚੀਜ਼ ਬੜੇ ਮਹਿੰਗੇ ਭਾਅ ਮਹਿਸੂਸ ਕੀਤੀ, ਬਿਟਰਲੀ ਮੈਨੇ ਬੜੇ ਦੁੱਖ ਦੇ ਨਾਲ
ਇਹ ਗੱਲ ਮਹਿਸੂਸ ਕੀਤੀ that the examination grades are not an index of the amount of knowledge one has, ਕਿ ਜੋ ਪੇਪਰਾਂ ਵਿੱਚ ਨੰਬਰ ਆਉਂਦੇ ਨੇ ਉਹ ਆਪਣੇ ਆਪ ਵਿੱਚ ਬੰਦੇ ਕੋਲ ਕਿੰਨਾ ਗਿਆਨ ਹੈ ਇਸ ਗੱਲ ਦਾ ਮਾਪਦੰਡ ਨਹੀਂ ਹੁੰਦੇ। However, the author cautions against disappointment, ਪਰ ਨਾਲ ਦੇ ਨਾਲ ਜੋ ਲਿਖਾਰੀ ਹੈ ਉਹ ਨਿਰਾਸ਼ਾ ਦੇ ਖਿਲਾਫ, ਨਿਰਾਸ਼ ਹੋਣ ਤੋਂ ਬਚਣ ਦੇ ਖਿਲਾਫ ਸਾਵਧਾਨ ਕਰਦੀ ਹੈ। ਇਹ ਸਮਝਾਉਂਦੀ ਵੀ ਨਿਰਾਸ਼ ਨਹੀਂ ਹੋਣਾ। cautions against disappointment, ਕਿ ਬੰਦਾ ਹਿੰਮਤ ਨਾ ਹਾਰੇ, ਉਹਦੇ ਮਤਲਬ ਕਿ ਉਹ ਤੋਂ ਸਾਵਧਾਨ ਕਰਦੀ ਹੈ। and says that, ਕਹਿੰਦੀ ਹੈ there is always a start at any age, ਅਰਥਾਤ ਉਮਰ ਦੇ ਕਿਸੇ ਵੀ ਪੜਾਅ ਤੇ ਸ਼ੁਰੂਆਤ ਕੀਤੀ ਜਾ ਸਕਦੀ ਹੈ। one may have lost a battle but one can still win the war, ਭਾਵੇਂ ਬੰਦੇ ਨੇ ਇੱਕ ਛੋਟੀ ਲੜਾਈ ਹਾਰ ਲਈ ਹੋਵੇ ਪਰ ਜੰਗ ਫਿਰ ਵੀ ਜਿੱਤੀ ਜਾ ਸਕਦੀ ਹੈ। she says, ਉਹ ਕਹਿੰਦੀ ਹੈ। ਫਿਰ ਅੱਗੇ ਕਹਿੰਦੀ ਹੈ with will power, ਅਰਥਾਤ ਇੱਛਾ ਸ਼ਕਤੀ ਦੇ ਨਾਲ, ਮਨ ਨੂੰ ਮਜ਼ਬੂਤ ਕੀਤਿਆਂ one can change habits, ਮਨੁੱਖ ਆਪਣੀ ਆਦਤਾਂ ਬਦਲ ਸਕਦਾ ਹੈ। and excellence does not come by accident but by practice, ਅਤੇ ਜੋ ਮੁਹਾਰਤ ਹੈ, ਜੋ ਸਿਖਰਤਾ ਹੈ, ਜੋ ਮਤਲਬ ਕਿ ਅਵੱਲਾਪਨ ਹੈ, ਮਤਲਬ ਕਿ ਅਵਲ ਫਸਟ ਆਉਣਾ ਹੈ, ਐਕਸੀਲੈਂਸ ਵਿੱਚ ਸਭ ਤੋਂ ਅੱਗੇ ਨਿਕਲ ਜਾਣ ਦੀ ਜੋ ਅਵਸਥਾ ਹੈ ਉਹ ਤੁੱਕੇ ਨਾਲ ਨਹੀਂ ਆਉਂਦੀ, ਐਕਸੀਡੈਂਟ ਨਾਲ ਨਹੀਂ ਆਉਂਦੀ, ਉਹ ਸਬੱਬ ਨਾਲ ਨਹੀਂ ਆਉਂਦੀ, ਉਹ ਬਾਈ ਪ੍ਰੈਕਟਿਸ, ਅਭਿਆਸ ਕੀਤਿਆਂ ਆਉਂਦੀ ਹੈ, ਮਿਹਨਤ ਕੀਤਿਆਂ ਆਉਂਦੀ ਹੈ ਅਤੇ ਨਿਰੰਤਰਤਾ ਦੇ ਨਾਲ ਆਉਂਦੀ ਹੈ। ਠੀਕ ਹੈ, ਸੋ ਇਹ ਸੀਗਾ ਥੀਮ। ਅੱਗੇ ਚਲੀਏ। ਕੁਐਸਚਨ ਨੰਬਰ 3, ਡਰਾਅ ਅ ਕਰੈਕਟਰ ਸਕੈਚ ਆਫ ਸੁਧਾ ਮੂਰਤੀ। ਜੋ ਸੁਧਾ ਮੂਰਤੀ ਹੈ, ਜੋ ਇਸ ਲੇਖ ਦੀ, ਇਸ ਕਹਾਣੀ ਦੀ ਰਾਈਟਰ ਹੈ, ਲਿਖਾਰੀ ਹੈ, ਉਹਦਾ ਕਰੈਕਟਰ ਸਕੈਚ ਲਿਖੋ, ਉਹਦੀ ਜੋ ਮਤਲਬ ਕਿ ਉਹਦਾ ਜੋ ਚਰਿੱਤਰ ਹੈ ਉਹਦੇ ਬਾਰੇ ਚਿਤਰਨ ਕਰੋ। ਸੋ ਮਿਸਿਸ ਸੁਧਾ ਮੂਰਤੀ ਇਜ਼ ਅ ਕੰਪਿਊਟਰ ਸਾਇੰਸ ਟੀਚਰ ਐਟ ਅ ਬੈਂਗਲੋਰ ਕਾਲਜ। ਬੈਂਗਲੋਰ ਦੇ ਕਾਲਜ ਵਿੱਚ ਮਿਸਿਸ ਸੁਧਾ ਮੂਰਤੀ ਕੰਪਿਊਟਰ ਸਾਇੰਸ ਟੀਚਰ ਹੈ। ਸ਼ੀ ਇਜ਼ ਆਲਸੋ ਸੋਸ਼ਲ ਵਰਕਰ, ਉਹ ਇੱਕ ਸਮਾਜ ਸੇਵੀ ਵੀ ਹੈ। ਐਂਡ ਫਿਲਾਂਥਰੋਪਿਸਟ, ਫਿਲਾਂਥਰੋਪਿਸਟ ਹੋਣੀ ਦਾਨੀ ਸੁਭਾਅ ਵਾਲੀ ਹੈ, ਉਹ ਲੋਕਾਂ 'ਚ ਦਾਨ ਸੇਵਾ ਕਰਦੀ ਹੈ। ਐਂਡ ਹੈਜ਼ ਕੰਟਰੀਬਿਊਟਡ ਇਮੈਂਸਲੀ ਟੂ ਸੁਸਾਇਟੀ, ਅਤੇ ਸਮਾਜ ਦੇ ਪ੍ਰਤੀ ਉਹਨੇ ਬਹੁਤ ਵੱਡੀ ਮਾਤਰਾ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਹੈ। ਇਮੈਂਸਲੀ ਬਣਿਆ ਬਹੁਤ ਵੱਡੀ ਮਾਤਰਾ ਵਿੱਚ। ਬਿਨੇਵੋਲੈਂਟ, ਬਿਨੇਵੋਲੈਂਟ ਬਣਦਾ ਦਿਆਲੂ। ਐਂਡ ਸਿੰਪੈਥੈਟਿਕ, ਅਰਥਾਤ ਹਮਦਰਦੀ ਵਾਲੀ ਹੈ। ਮਿਸਿਸ ਮੂਰਤੀ ਹੈਲਪਸ ਹਰ ਰਿਪੀਟਡਲੀ ਅਰਿੰਗ ਸਟੂਡੈਂਟ ਹਸਨ। ਮਿਸਿਸ ਮੂਰਤੀ ਜਿਹੜੀ ਹੈਗੀ ਹੈ, ਕਿਉਂਕਿ ਦਿਆ ਭਾਵ ਵਾਲੀ ਹੈਗੀ ਹੈ, ਹਮਦਰਦੀ ਰੱਖਣ ਵਾਲੀ ਹੈ, ਇਸ ਕਰਕੇ ਆਪਣਾ ਜਿਹੜਾ ਇੱਕ ਉਹਦਾ ਇੱਕ ਵਿਦਿਆਰਥੀ ਹੈ ਜੋ ਬਾਰ-ਬਾਰ ਗਲਤੀਆਂ ਕਰਦਾ ਹੈ, ਰਿਪੀਟਡਲੀ ਅਰਿੰਗ ਮਨੀ ਬਾਰ-ਬਾਰ ਮੁੜ ਕੇ ਗਲਤੀਆਂ ਕਰਦਾ ਹੈ, ਉਹਦੀ ਮਦਦ ਕਰਦੀ ਹੈ। ਸ਼ੀ ਥਿੰਕਸ ਆਫ ਹਰ ਸਟੂਡੈਂਟਸ ਐਜ਼ ਹਰ ਚਿਲਡਰਨ, ਉਹ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚੇ ਕਰਕੇ ਜਾਣਦੀ ਹੈ। ਹਰ ਐਕਸ ਸਟੂਡੈਂਟਸ, ਉਹਦੇ ਜਿਹੜੇ ਸਾਬਕਾ ਵਿਦਿਆਰਥੀ ਹਨ, ਜੋ ਉਹਦੇ ਕਾਲਜ ਪੜ੍ਹ ਕੇ ਗਏ ਹਨ, ਹੁਣ ਵਿਆਹੇ ਗਏ ਹਨ, ਨੌਕਰੀਆਂ ਕਰਦੇ ਹਨ, ਐਕਸ ਸਟੂਡੈਂਟਸ ਜਿਹੜੇ ਨੇ, ਫੀਲ ਆਨਰਡ ਟੂ ਇਨਵਾਈਟ ਹਰ ਟੂ ਦੇਅਰ ਡੋਮੈਸਟਿਕ ਫੰਕਸ਼ਨਸ, ਉਹ ਇਸ ਗੱਲ 'ਚ ਮਾਣ ਮਹਿਸੂਸ ਕਰਦੇ ਨੇ ਕਿ ਅਸੀਂ ਆਪਣੀ ਮੈਡਮ ਨੂੰ, ਸੁਧਾ ਮੂਰਤੀ ਨੂੰ, ਆਪਣੇ ਘਰ ਦੇ ਸਮਾਗਮਾਂ ਵਿੱਚ, ਕੋਈ ਵਿਆਹ ਸ਼ਾਦੀ ਹੈ, ਕੋਈ ਮੰਗਣੀ ਹੈ, ਕੋਈ ਨਾਮਕਰਨ ਹੈ, ਜਾਂ ਕੋਈ ਹੋਰ ਹੈ, ਜਾਂ ਘਰ ਨਵਾਂ ਬਣਾਇਆ ਉਹਦਾ ਫੰਕਸ਼ਨ ਕਰਨਾ ਹੈ, ਡੋਮੈਸਟਿਕ ਫੰਕਸ਼ਨਾਂ ਵਿੱਚ ਉਹਨੂੰ ਸੱਦਾ ਪੱਤਰ ਭੇਜਣ ਵਿੱਚ ਉਹ ਮਾਣ ਮਹਿਸੂਸ ਕਰਦੇ ਹਨ, ਇੰਨਾ ਉਹਨਾਂ ਦਾ ਪਿਆਰ ਹੈ। ਸ਼ੀ ਫਾਈਂਡਸ ਹਰ ਸਟਰੈਂਥ ਇਨ ਦੇਅਰ ਇਮੈਂਸ ਲਵ, ਉਹ ਕਹਿੰਦੀ ਹੈ ਕਿ ਮੈਨੂੰ ਇਹਨਾਂ ਦੇ ਪਿਆਰ ਵਿੱਚੋਂ ਹੀ ਮੇਰੀ ਤਾਕਤ ਮਿਲਦੀ ਹੈ। ਬੀ ਰੇਟਿੰਗ ਸਟੂਡੈਂਟ, ਬੀ ਰੇਟ ਹੁੰਦਾ ਹੈ ਕੋਸਣਾ, ਕਿਸੇ ਨੂੰ ਚਿੰਨ੍ਹਣਾ, ਬੋਲ ਕੇ ਵੀ ਤੂੰ ਘਟੀਆ ਹੈ, ਤੂੰ ਬੇਕਾਰ ਹੈ, ਤੂੰ ਖੋਤਾ ਹੈ, ਕਿ ਬੰਦੇ ਦਾ ਬੋਲਦੇ ਨਾ ਤੇਰਾ ਦਿਮਾਗ ਨਹੀਂ ਹੈਗਾ, ਉਹਨੂੰ ਕਹਿੰਦੇ ਬੀ ਰੇਟ ਕਰਨਾ, ਦੂਜੇ ਨੂੰ ਵੀ ਨੀਵਾਂ ਦਿਖਾਉਣਾ। ਬੀ ਰੇਟ, ਕਈ ਟੀਚਰ ਇੱਦਾਂ ਕਰਦੇ ਨੇ ਗੁੱਸੇ ਜਾ ਕੇ, ਪਰ ਕਹਿੰਦੇ ਬੀ ਰੇਟਿੰਗ ਸਟੂਡੈਂਟਸ ਇਜ਼ ਨਾਟ ਇਨ ਅਰ ਨੇਚਰ, ਵੀ ਵਿਦਿਆਰਥੀਆਂ ਨੂੰ ਕੋਸਣਾ ਉਹਦੇ ਸੁਭਾਅ ਵਿੱਚ ਨਹੀਂ ਹੈ। ਇੰਸਟੈਡ ਦਾ ਮਤਲਬ ਕਿ ਇਹਦੇ ਉਲਟ। ਸ਼ੀ ਬਿਲੀਵਸ ਇਨ ਮੋਟੀਵੇਟਿੰਗ ਐਂਡ ਇੰਸਪਾਇਰਿੰਗ ਐਂਡ ਇਨਕਰੇਜਿੰਗ, ਉਹ ਪ੍ਰੇਰਨਾ ਦੇਣ ਵਿੱਚ, ਹੱਲਾਸ਼ੇਰੀ ਦੇਣ ਵਿੱਚ ਅਤੇ ਉਤਸ਼ਾਹ ਦੇਣ ਵਿੱਚ ਵਿਸ਼ਵਾਸ ਕਰਦੀ ਹੈ। ਸ਼ੀ ਟੈਲਸ ਹਸਨ, ਉਹ ਹਸਨ ਨੂੰ ਕਹਿੰਦੀ ਹੈ, ਹੂ ਹੈਜ਼ ਨਾਟ ਫੇਅਰਡ ਵੈਲ ਇਨ ਲਾਈਫ, ਜਿਹਨੇ ਕਿ ਜ਼ਿੰਦਗੀ ਵਿੱਚ ਕੋਈ ਬਹੁਤ ਵਧੀਆ ਕਾਮਯਾਬੀ ਹਾਸਲ ਨਹੀਂ ਕੀਤੀ। ਨਾਟ ਫੇਅਰਡ ਵੈਲ ਮਤਲਬ ਕਿ ਉਹਦੇ ਬਾਕੀ ਸਾਥੀ ਤੇ ਬਹੁਤ ਵਧੀਆ ਰਹਿ ਗਏ ਪਰ ਉਹਨੇ ਕੋਈ ਵਧੀਆ ਪ੍ਰਾਪਤੀ ਨਹੀਂ ਕੀਤੀ। ਨਾਟ ਟੂ ਫੀਲ ਡਿਸਹਾਰਟਨ, ਉਹਨੂੰ ਕਹਿੰਦੀ ਹੈ ਕਿ ਉਹ ਨਿਰਾਸ਼ ਨਾ ਹੋਵੇ, ਦਿਲ ਨਾ ਹਾਰੇ। ਐਂਡ ਟੂ ਯੂਜ਼ ਹਿਜ਼ ਵਿਲ ਪਾਵਰ ਟੂ ਮੇਕ ਅ ਫਰੈਸ਼ ਸਟਾਰਟ, ਅਤੇ ਆਪਣਾ ਮਨ ਮਜ਼ਬੂਤ ਮਨ ਦੇ ਨਾਲ, ਇੱਛਾ ਸ਼ਕਤੀ ਦੇ ਨਾਲ ਇੱਕ ਨਵੀਂ ਸ਼ੁਰੂਆਤ ਕਰੇ। ਸੋ ਇਹ ਕਰੈਕਟਰ ਸਕੈਚ ਆਫ ਸੁਧਾ ਮੂਰਤੀ। ਅੱਗੇ ਚਲੀਏ। ਕੁਐਸਚਨ ਨੰਬਰ 4, ਹਾਊ ਵੁੱਡ ਹਸਨ ਐਪੋਲੋਜਾਈਜ਼ ਫॉर ਹਿਜ਼ ਐਬਸੈਂਸ ਇਨ ਦੀ ਕਲਾਸ। ਜਿਹੜਾ ਹਸਨ ਸੀਗਾ ਉਹ ਆਪਣੀ ਗੈਰ ਹਾਜ਼ਰੀ ਲਈ, ਐਬਸੈਂਸ ਉਹਦੀ ਸ਼ਾਰਟੇਜ ਹੁੰਦੀ ਸੀ, ਉਹਦੇ ਲਈ ਉਹ ਕਿਵੇਂ ਮਾਫੀਆਂ ਮੰਗਦਾ ਸੀ। ਹਸਨ ਹਾਰਡਲੀ ਐਵਰ ਪ੍ਰੈਜੈਂਟਡ ਹਿਮਸੈਲਫ ਇਨ ਦੀ ਨਰੇਟਰਸ ਕਲਾਸ। ਹਸਨ ਜਿਹੜਾ ਸੀ ਮਸਾਂ ਕਿਤੇ ਆਪਣੇ ਆਪ ਨੂੰ ਨਰੇਟਰ ਦੀ ਕਲਾਸ ਵਿੱਚ, ਲਿਖਾਰੀ ਦੀ ਕਲਾਸ ਵਿੱਚ
ਹਾਜ਼ਰ ਕਰਦਾ ਸੀ, ਪ੍ਰੈਜ਼ੈਂਟਡ ਹਿਮਸੈਲਫ ਐਂਡ ਵੁੱਡ ਟਰਨ ਅਪ ਔਨ ਦੀ ਓਕੇਜ਼ਨ ਆਫ ਅ ਕਲਾਸ ਟੈਸਟ ਔਰ ਡਿਊਰਿੰਗ ਐਗਜ਼ਾਮੀਨੇਸ਼ਨ। ਤੇ ਉਹ ਉਹਦੇ ਦਰਸ਼ਨ ਸਿਰਫ ਕਦੀ ਕਦੀ ਕਲਾਸ ਟੈਸਟ ਦੇ ਮੌਕੇ ਤੇ ਜਾਂ ਪੇਪਰਾਂ ਦੇ ਦਿਨਾਂ 'ਚ ਹੁੰਦੇ ਸੀ। ਨੋਟ ਸਰਪ੍ਰਾਈਜ਼ਿੰਗਲੀ, ਕਹਿੰਦੇ ਇਹਦੇ 'ਚ ਕੋਈ ਫਿਰ ਹੈਰਾਨੀ ਵਾਲੀ ਗੱਲ ਨਹੀਂ, ਹੀ ਵਾਜ਼ ਆਲਵੇਜ਼ ਸ਼ਾਰਟ ਔਨ ਹਿਜ਼ ਅਟੈਂਡੈਂਸ ਰਿਕੁਆਇਰਮੈਂਟ। ਉਹਦੀ ਫਿਰ ਅਟੈਂਡੈਂਸ ਦੀ ਜਿਹੜੀ ਪੂਰਤੀ ਹੈਗੀ ਹੈ ਉਹ ਹਮੇਸ਼ਾ ਘੱਟ ਰਹਿੰਦੀ ਸੀ, ਉਹਦੀ ਅਟੈਂਡੈਂਸ ਪੂਰੀ ਨਹੀਂ ਹੁੰਦੀ ਸੀ। ਆਲਵੇਜ਼ ਸ਼ਾਰਟ ਔਨ ਅਟੈਂਡੈਂਸ ਰਿਕੁਆਇਰਮੈਂਟ, ਅਰਥਾਤ ਜੋ ਅਟੈਂਡੈਂਸ ਦੀਆਂ ਸ਼ਰਤਾਂ ਨੇ ਉਹ ਤੋਂ ਉਹ ਪੂਰਾ ਨਹੀਂ ਉਤਰਦਾ ਸੀ। ਵਿਚ ਮੈਂਟ ਟਰਬਲ ਅਪੀਅਰਿੰਗ ਫॉर ਦੀ ਟੈਸਟ, ਜਿਹਦਾ ਮਤਲਬ ਇਹ ਸੀਗਾ ਕਿ ਹੁਣ ਉਹਨੂੰ ਟੈਸਟ ਵਿੱਚ ਬੈਠਣ ਲਈ ਮੁਸੀਬਤ ਆਏਗੀ, ਤੇ ਉਹ ਫਿਰ ਟੀਚਰ ਕੋਲ ਜਾਂਦਾ ਸੀ, ਮੈਨੂੰ ਅਟੈਂਡੈਂਸ ਦੇ ਦਿਓ ਤਾਂ ਕਿ ਮੈਂ ਟੈਸਟ ਵਿੱਚ ਬੈਠ ਸਕਾਂ। ਬਟ ਹਸਨ ਵੁੱਡ ਪਲੀਡ ਫॉर ਦੀ ਅਟੈਂਡੈਂਸ ਇਨ ਅ ਮੈਨਰ, ਪਰ ਹਸਨ ਫਿਰ ਕੀ ਕਰਦਾ, ਪਲੀਡ ਉਹਨੇ ਤਰਲੇ ਲੈਣਾ, ਤੇ ਹਸਨ ਫਿਰ ਉਹ ਅਟੈਂਡੈਂਸ ਵਾਸਤੇ ਤਰਲੇ ਲੈਂਦਾ ਸੀ ਇਨ ਅ ਮੈਨਰ, ਇਸ ਢੰਗ ਵਿੱਚ ਦੈਟ ਮੇਡ ਇਟ ਡਿਫਿਕਲਟ ਫॉर ਦੀ ਨਰੇਟਰ ਟੂ ਨੋ। ਕਹਿੰਦੇ ਇਸ ਢੰਗ ਦੇ ਨਾਲ ਉਹਦੇ ਅੱਗੇ ਤਰਲੇ ਲੈਂਦਾ ਸੀਗਾ ਕਿ ਨਰੇਟਰ ਵਾਸਤੇ, ਕਿਉਂਕਿ ਉਹ ਜਾਲੂ ਸੁਭਾਅ ਦੀ ਸੀਗੀ, ਉਹਦੇ ਲਈ ਉਹਨੂੰ ਨਾ ਕਹਿਣੀ ਮਤਲਬ ਕਿ ਬੜਾ ਮੁਸ਼ਕਿਲ ਹੋ ਜਾਂਦਾ ਸੀਗਾ, ਤੇ ਉਹਨੂੰ ਹਾਂ ਕਹਿ ਦਿੰਦੀ ਸੀ ਨਰੇਟਰ ਨੂੰ ਅਟੈਂਡੈਂਸ ਦੇ ਦਿੰਦੀ ਸੀ। ਇਫ ਸਮਟਾਈਮਸ ਦੀ ਨਰੇਟਰ ਰਿਫਿਊਜ਼ਡ ਹਿਜ਼ ਅਟੈਂਡੈਂਸ, ਤੇ ਜੇ ਕਦੀ ਕਦੀ ਨਰੇਟਰ ਨੇ ਉਹਨੂੰ ਅਟੈਂਡੈਂਸ ਦੇਣ ਤੋਂ ਮਨਾ ਕਰਤਾ, ਹੀ ਵੁੱਡ ਅਪੋਲੋਜਾਈਜ਼, ਉਹ ਫਿਰ ਮਾਫੀ ਮੰਗਦਾ ਸੀਗਾ, ਪ੍ਰੋਮਿਸਿੰਗ ਟੂ ਅਟੈਂਡ ਹਰ ਕਲਾਸਿਸ ਰੈਗੂਲਰਲੀ, ਇਹ ਵਾਅਦਾ ਕਰਦੇ ਹੋਏ ਕਿ ਮੈਂ ਤੁਹਾਡੀਆਂ ਕਲਾਸਾਂ ਹੁਣ ਅੱਗੇ ਤੋਂ ਨੇਮ ਦੇ ਨਾਲ ਹਾਜ਼ਰ ਹੋਵਾਂਗਾ, ਹਾਜ਼ਰੀ ਭਰਾਂਗਾ, ਫਰੋਮ ਦੀ ਨੈਕਸਟ ਸਮੈਸਟਰ, ਅਗਲੇ ਸਮੈਸਟਰ ਤੋਂ ਔਨਵਰਡਸ, ਉਸ ਤੋਂ ਬਾਅਦ ਲਗਾਤਾਰ। ਹੀ ਵੁੱਡ ਸੇ ਦੀ ਨਰੇਟਰ ਹਰਸੈਲਫ ਹੈਡ ਟੌਟ them that to forgive the erring human is a divine trait। trait ਹੁੰਦਾ ਗੁਣ, divine trait ਰੱਬੀ ਗੁਣ, erring ਮੈਨੇ ਗਲਤੀ ਕਰਦੇ ਹੋਏ, humans ਮੈਨੇ ਇਨਸਾਨ। ਉਹ ਫਿਰ ਉਹਨੇ ਉਹ ਇਮੋਸ਼ਨਲ ਬਲੈਕਮੇਲ ਕਰਦਾ ਸੀਗਾ। ਹੀ ਵੁੱਡ ਸੇ, ਉਹ ਫਿਰ ਇਹ ਕਹਿੰਦਾ ਸੀ, ਦੀ ਨਰੇਟਰ ਹਰਸੈਲਫ ਹੈਡ ਟੌਟ them, ਕਿ ਤੁਸੀਂ ਹੀ ਮੈਡਮ ਜੀ ਸਾਨੂੰ ਸਿਖਾਇਆ ਹੈ ਕਿ ਭੁੱਲਣਹਾਰ ਮਨੁੱਖਾਂ ਨੂੰ ਮਾਫ ਕਰ ਦੇਣਾ ਇੱਕ ਰੱਬੀ ਗੁਣ ਹੈ, ਵੀ ਤੁਸੀਂ ਮੈਨੂੰ ਮਾਫ ਕਰ ਦਿਓ। ਮਤਲਬ ਕਿ ਉਹ ਜੋ ਨਰੇਟਰ ਨੇ ਗੱਲਾਂ ਦੱਸੀਆਂ ਹੁੰਦੀ ਸੀ ਕਲਾਸ ਵਿੱਚ ਵੀ ਗਲਤੀ ਕਰਨਾ ਮਨੁੱਖ ਦਾ ਸੁਭਾਅ ਹੈ ਤੇ ਮਾਫ ਕਰ ਦੇਣਾ ਰੱਬੀ ਸੁਭਾਅ ਹੈ, ਕਹਿੰਦੇ ਮੈਡਮ ਜੀ ਤੁਸੀਂ ਸਿਖਾਇਆ ਸਾਨੂੰ, ਸੋ ਮੈਂ ਗਲਤੀਆਂ ਕੀਤੀਆਂ ਤੇ ਤੁਸੀਂ ਮੈਨੂੰ ਮਾਫ ਕਰ ਦਿਓ ਤੇ ਅਟੈਂਡੈਂਸ ਦੇ ਦਿਓ। ਤੇ ਕਹਿੰਦੇ ਇਸ ਢੰਗ ਦੇ ਨਾਲ ਉਹ ਮਾਫੀ ਮੰਗਦਾ ਸੀ। ਈਚ ਸਮੈਸਟਰ ਹੀ ਵੁੱਡ ਕਮ ਅਪ ਵਿਦ ਅ ਡਿਫਰੈਂਟ ਰੀਜ਼ਨ ਫॉर ਹਿਜ਼ ਐਬਸੈਂਸਿਸ, ਕਹਿੰਦੇ ਹਰ ਇੱਕ ਸਮੈਸਟਰ ਵਿੱਚ ਉਹ ਆਪਣੀਆਂ ਗੈਰ ਹਾਜ਼ਰੀਆਂ ਲਈ ਇੱਕ ਵੱਖਰਾ ਕਾਰਨ ਲੈ ਕੇ ਆਉਂਦਾ ਸੀ। ਐਂਡ ਈਚ ਟਾਈਮ ਦੀ ਕਾਈਂਡ ਹਾਰਟਡ ਨਰੇਟਰ ਵੁੱਡ ਬਿਲੀਵ ਹਿਮ ਐਂਡ ਪਾਰਡਨ ਹਿਮ, ਤੇ ਹਰ ਵਾਰੀ ਉਹ ਦਿਆਲੂ ਹਿਰਦੇ ਵਾਲੀ ਜਿਹੜੀ ਨਰੇਟਰ ਸੀਗੀ ਉਹ ਉਹ 'ਚ ਵਿਸ਼ਵਾਸ ਕਰ ਲੈਂਦੀ ਸੀ ਤੇ ਉਹਨੂੰ ਮਾਫ ਕਰ ਦਿੰਦੀ ਸੀ। ਸੋ ਇਸ ਤਰ੍ਹਾਂ ਉਹ ਆਪਣਾ ਕੰਮ ਚਲਾਉਂਦਾ ਸੀ। ਕੁਐਸਚਨ ਨੰਬਰ 5, ਆਖਰੀ ਕੁਐਸਚਨ, ਡਿਸਕ੍ਰਾਈਬ ਇਨ ਯੂਰ ਓਨ ਵਰਡਸ, ਅਰਥਾਤ ਵੇਰਵਾ ਦਿਓ ਆਪਣੇ ਸ਼ਬਦਾਂ ਵਿੱਚ, ਦੀ ਨਰੇਟਰਸ ਮੀਟਿੰਗ ਵਿਦ ਹਸਨਸ ਪੇਰੈਂਟਸ, ਨਰੇਟਰ ਦੀ ਜੋ ਮਿਲਣੀ ਹੋਈ, ਜੋ ਮੀਟਿੰਗ ਹੋਈ ਹਸਨ ਦੇ ਮਾਪਿਆਂ ਦੇ ਨਾਲ। ਸੋ ਇਹਦਾ ਜਵਾਬ ਹੈ, ਵੈਨ ਹਸਨ ਡਿਡ ਨਾਟ ਮੈਂਡ ਹਿਜ਼ ਵੇਜ਼ ਆਫ ਬੀਇੰਗ ਅਨਡਿਸਿਪਲਿਨਡ ਐਂਡ ਇਰੈਗੂਲਰ ਇਨ ਦ ਕਲਾਸਿਸ, ਕਹਿੰਦੇ ਮੈਂਡ ਵੇਜ਼ ਹੁੰਦਾ ਸੁਧਾਰਨਾ, ਆਪਣੇ ਤੌਰ ਤਰੀਕੇ ਵਿੱਚ ਸੁਧਾਰ ਲਿਆਉਣਾ। ਕਹਿੰਦੇ ਜਦੋਂ ਹਸਨ ਨੇ ਆਪਣੇ ਤੌਰ ਤਰੀਕੇ ਨਹੀਂ ਬਦਲੇ, ਕਿਹੜੇ ਤੌਰ ਤਰੀਕੇ ਨਹੀਂ ਬਦਲੇ, ਅਨੁਸ਼ਾਸਨਹੀਣਤਾ ਦੇ ਅਤੇ ਕਲਾਸ ਵਿੱਚ ਨੇਮ ਦੇ ਨਾਲ ਨਾ ਆਉਣ ਦੇ, ਇਰੈਗੂਲਰ, ਉਹ ਵਾਲੇ ਤੌਰ ਤਰੀਕੇ ਨਾ ਬਦਲੇ। ਦੀ ਨਰੇਟਰ ਕਾਲਡ ਹਿਜ਼ ਪੇਰੈਂਟਸ, ਫਿਰ ਨਰੇਟਰ ਨੇ ਉਹਦੇ ਮਾਪਿਆਂ ਨੂੰ ਸੱਦਿਆ। ਸ਼ੀ ਸੈਡ ਦੈਟ ਦੇਅਰ ਸਨ ਵਾਜ਼ ਬ੍ਰਾਈਟ, ਉਹਨੇ ਕਿਹਾ ਕਿ ਉਹਨਾਂ ਦਾ ਮੁੰਡਾ ਰੋਸ਼ਨ ਦਿਮਾਗ ਸੀ, ਬਟ ਬੰਕਡ ਕਲਾਸਿਸ, ਪਰ ਕਲਾਸਾਂ ਤੋਂ ਗੈਰ ਹਾਜ਼ਰ ਹੋ ਜਾਂਦੀ, ਬੰਕ ਬਲਕਿ ਕਲਾਸਾਂ 'ਚ ਭੱਜ ਜਾਂਦਾ ਸੀ, ਕਲਾਸਾਂ 'ਚ ਆਉਂਦਾ ਨਹੀਂ ਸੀਗਾ, ਐਂਡ ਵਾਇਓਲੇਟਿਡ ਡਿਸਿਪਲਿਨ, ਅਤੇ ਅਨੁਸ਼ਾਸਨ ਭੰਗ ਕਰਦਾ ਸੀ। ਸ਼ੀ ਫਰਦਰ ਸੈਡ ਦੈਟ ਸ਼ੀ ਹੈਡ ਫੇਲਡ ਟੂ ਕਨਵਿੰਸ ਹਿਮ, ਉਹਨੇ ਫਿਰ ਅੱਗੇ ਇਹ ਵੀ ਗੱਲ ਕਹੀ ਕਿ ਉਹ ਆਪ ਉਹਨੂੰ ਸਮਝਾਉਣ ਵਿੱਚ ਫੇਲ ਹੋ ਗਈ ਹੈ, ਕਿ ਉਹ ਮੇਰੀ ਗੱਲ ਉਹਨੇ ਨਹੀਂ ਮੰਨੀ। ਐਂਡ ਸ਼ੀ ਵੁੱਡ ਬੀ ਹੈਪੀ, ਤੇ ਉਹਨੂੰ ਇਸ ਗੱਲ ਦੀ ਖੁਸ਼ੀ ਹੋਏਗੀ, ਇਫ ਦੇ ਲੁਕਡ ਇਨ ਟੂ ਦੀ ਮੈਟਰ ਮੋਰ ਸੀਰੀਅਸਲੀ, ਕਿ ਜੇ ਉਹਦੇ ਮਾਪੇ ਜਿਹੜੇ ਨੇ ਉਹ ਇਸ ਮਸਲੇ ਵਿੱਚ ਥੋੜ੍ਹਾ ਗੰਭੀਰਤਾ ਦੇ ਨਾਲ ਆਪਣਾ ਇਹਨੂੰ ਸੋਚਣ, ਬਿਕੋਜ਼ ਦਿਸ ਵਾਜ਼ ਦਾ ਮੈਟਰ ਆਫ ਹਿਸ ਫਿਊਚਰ, ਕਿਉਂਕਿ ਇਹ ਉਹਦੇ ਭਵਿੱਖ ਦਾ ਮਸਲਾ ਸੀ, ਉਹਦਾ ਭਵਿੱਖ ਜਿਹੜਾ ਹੈ ਉਹ 'ਤੇ ਮਾੜਾ ਅਸਰ ਪਏਗਾ। ਹਸਨਸ ਫਾਦਰ, ਹਸਨ ਦਾ ਜਿਹੜਾ ਪਿਤਾ ਸੀ, ਅ ਬਿਜ਼ੀ ਮੈਨ, ਉਹ ਰੁਝੇਵਿਆਂ ਵਾਲਾ ਬੰਦਾ ਸੀ, ਬਿਜ਼ੀ ਮੈਨ ਸੀ। ਇਗਨੋਰਡ ਹਰ ਵਰਡਸ, ਉਹਦੇ ਸ਼ਬਦਾਂ ਵੱਲ ਉਹਨੇ ਧਿਆਨ ਨਾ ਦਿੱਤਾ, ਉਹਨੂੰ ਇਗਨੋਰ ਕਰਤਾ। ਐਂਡ ਸੈਡ ਦੈਟ, ਅਤੇ ਕਿਹਾ, ਗਰੋਨ ਅਪ ਚਿਲਡਰਨ ਡੂ ਨਾਟ ਲਿਸਨ ਟੂ ਦੇਅਰ ਪੇਰੈਂਟਸ, ਜਿਹੜੇ ਬੱਚੇ ਵੱਡੇ ਹੋ ਜਾਂਦੇ ਨੇ ਉਹ ਫਿਰ ਆਪਣੇ ਮਾਪਿਆਂ ਦੀ ਨਹੀਂ ਸੁਣਦੇ। ਹਿਜ਼ ਮਦਰ ਫੈਲਟ ਹੈਲਪਲੈਸ, ਉਹਦੀ ਮਾਂ ਜਿਹੜੀ ਸੀ ਉਹ ਵੀ ਆਪਣੇ ਆਪ ਨੂੰ ਲਾਚਾਰ ਮਹਿਸੂਸ ਕੀਤਾ ਉਹਨੇ। ਐਂਡ ਸੈਡ ਦੈਟ, ਅਤੇ ਕਿਹਾ, ਹਸਨ ਡਿਡ ਨਾਟ ਲਿਸਨ ਟੂ ਹਰ, ਕਿ ਹਸਨ ਉਹਦੀ ਗੱਲ ਵੀ ਨਹੀਂ ਸੁਣਦਾ ਸੀ। ਐਂਡ ਸਪੈਂਟ ਨਾਈਟਸ ਚੈਟਿੰਗ ਐਂਡ ਲਿਸਨਿੰਗ ਟੂ ਮਿਊਜ਼ਿਕ, ਅਤੇ ਆਪਣੀ ਰਾਤਾਂ ਸੰਗੀਤ ਸੁਣਦੇ ਹੋਏ ਅਤੇ ਚੈਟਿੰਗ ਦੋਸਤਾਂ ਨਾਲ ਕਰਦੇ ਹੋਏ ਉਹ 'ਚ ਬਿਤਾਉਂਦਾ ਸੀ। ਦੈਨ ਦੀ ਪੇਰੈਂਟਸ ਸਟਾਰਟਿਡ ਆਰਗਿੰਗ ਐਂਡ ਬਲੇਮਿੰਗ ਈਚ ਅਦਰ, ਅਤੇ ਉਸ ਤੋਂ ਬਾਅਦ ਫਿਰ ਕੀ ਹੋਇਆ, ਜਦੋਂ ਇਹ ਗੱਲ ਚੱਲਦੀ ਪਈ ਸੀ ਮੀਟਿੰਗ, ਦੋਨੋਂ ਮਾਪਿਆਂ ਨੇ
एक दूजे नाल बहस करनी शुरू कर दी तो एक दूजे का दोष देना शुरू करता। उन्हें प्यो ने कहा मां नूं तेरा दोष है, तेरे करके न्याणा बिगड़िया, तो मां ने प्यो नूं कहा भी तू न्याणे नूं मुंडे नूं कुछ नहीं कहता, ठीक है ना। सो इस तरह उन्होंने एक दूजे को ब्लेम करना शुरू करता एंड दी मीटिंग एंडेड इनएफिकेशियसली। हुण बच्चों शब्द मैं वखरा वरत्या, तुहाडी किताब च लिखिਆ फ्रूटलैसली। फ्रूटलैसली होंदा है बच्चों जिस कोई सिट्टा ना निकले। इनएफिकेशियसली का भी मतलब जिस कोई सिट्टा ना निकले, ज़्यादा कोई असर ना होए, ज़्यादा कोई फल ना निकले। सो एंड दी मीटिंग एंडेड इनएफिकेशियसली, अर्थात जिहड़ी वो मीटिंग सी, जिहड़ी इकत्तरता सी, वो जिहड़ी सी बिना किसी सिट्टे दे, बिना किसी फल के खत्म हो गई। सो ऐसे प्यारे विद्यार्थी तुहाडे इस लैसन के क्वेश्चन आंसरस पार्ट 2 लॉन्ग आंसर डे क्वेश्चन 5 क्वेश्चन आंसरस। सो तुसीं इसी तरह मन लगा के अनुशासन के नाल मेहनत नाल अपनी पढ़ाई करी चलो। तो अगले वीडियो तक लिए गुड बाय। तुहाडा सारिਆਂ ਦਾ बहुत बहुत धन्यवाद। रब रखा। थैंक यू वेरी मच।